ਸਾਥੀਓ, ਪਿਛਲੇ ਦਿਨੀ ਭਾਰਤੀ ਕਿਸਾਨ ਯੂਨੀਅਨ ਵੱਲੋਂ ਐਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਪਲਾ ਜੀ ਦਾ ਵਿਰੋਧ ਹੋਇਆ ਤਾਂ ਵਿਜੇ ਸਾਪਲਾ ਜੀ ਨੇ ਕਾਨਫਰੰਸ ਕਰਕੇ ਮੀਡੀਆ ਰਾਹੀਂ ਵੀ ਗੱਲਾਂ ਕਹੀਆਂ ਕਿ ਮੈਂ ਦਲਿਤਾਂ ਦੇ ਇਨਸਾਫ ਦੀ ਲੜਾਈ ਲੜਨ ਜਾ ਰਿਹਾ ਸੀ ਚੱਕ ਮਦਰਸੇ ਪਿੰਡ, ਜਿੱਥੇ ਦਲਿਤ ਦੇ ਨਾਲ ਘਟਨਾ ਵਾਪਰੀ ਸੀ ਕਿ ਇਹ ਦਲਿਤਾਂ ਦੀ ਆਵਾਜ਼ ਦਬਾਉਣ ਦੇ ਲਈ ਇਹ ਸਭ ਕੁਝ ਕੀਤਾ ਜਾ ਰਿਹਾ। ਤੇ ਮੈਂ ਵਿਜੇ ਸਾਪਲਾ ਜੀ ਨੂੰ ਦੱਸ ਦੇਵਾਂ ਕਿ ਸੁਰਜੀਤ ਪਾਤਰ ਜੀ ਨੇ ਕਵਿਤਾ ਲਿਖੀ ਸੀ, ਕੁਝ ਕਿਹਾ ਤੇ ਹਨੇਰਾ ਜ਼ਰੇਗਾ ਕਿਵੇਂ, ਚੁੱਪ ਰਹੇ ਤੇ ਸ਼ਮਾਦਾਨ ਕੀ ਕਹਿਣਗੇ, ਅੱਜ ਦੀ ਰਾਤ ਜਗੀਤ ਦੀ ਮੌਤ ਹੋ ਗਈ, ਮੇਰਾ ਜੂਣਾ ਮੇਰੇ ਜ਼ਾਰ ਕਿੰਜ ਸਹਿਣਗੇ, ਇਸ ਅਦਾਲਤ 'ਚ ਬੰਦੇ ਵਿਰਕ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਕੋਈ ਆਖੋ ਕਿ ਉਜੜੇ ਘਰੀ ਜਾਣ, ਹੁਣ ਕਦ ਤੀਕ ਇੱਥੇ ਖੜੇ ਰਹਿਣਗੇ। ਕਿਹਨਾਂ ਦੇ ਇਨਸਾਫ ਦੀ ਤੁਸੀਂ ਗੱਲ ਕਰਦੇ ਆ? ਤੁਹਾਡੀ ਪਾਰਟੀ ਦੇ ਕਾਰਜਕਾਲ ਦੇ ਵਿੱਚ ਇੰਨੇ ਜ਼ੁਲਮ ਹੋਏ ਦਲਿਤਾਂ ਤੇ ਕਿ ਜੇ ਉਹਨੂੰ ਵਿਸਤਾਰਪੂਰਵਕ ਦੱਸਣ ਲੱਗ ਪਏ ਤੇ ਕਈ ਸਾਲ ਵੀ ਲੱਗ ਸਕਦੇ ਆ। ਗੱਡੀਆਂ ਦੇ ਪਿੱਛੇ ਪਾ ਕੇ ਕੁੱਟਮਾਰ ਕਰਨੀ, ਸ਼ਰੇਆਮ ਕੁੱਟਣਾ, ਜਨਾਨੀਆਂ ਨੂੰ ਜਲੀਲ ਕਰਨਾ, ਕੱਪੜੇ ਪਾੜ ਦੇਣੇ, ਹਾਥਰਸ ਦੀ ਘਟਨਾ ਜਿੱਥੇ ਮਾਪਿਆਂ ਤੋਂ ਦੂਰ ਕਰਕੇ ਰਾਤ ਨੂੰ ਸੰਸਕਾਰ ਕਰਨੇ, ਕਿਸੇ ਨੂੰ ਮਿਲ ਨਹੀਂ ਦੇਣਾ, ਕੋਲ ਜਾਣ ਨਹੀਂ ਦੇਣਾ, ਤੇ ਬਾਅਦ 'ਚ ਤੁਹਾਡੇ ਮੰਤਰੀਆਂ ਵੱਲੋਂ ਊਲ ਜਲੂਲ ਬਿਆਨ ਆਉਣੇ ਕੁੜੀ ਦੀ ਛਵੀ ਵਿਗਾੜਨ ਦੇ ਲਈ। ਤੁਸੀਂ ਉਹਨਾਂ 'ਤੇ ਕਿਉਂ ਨਹੀਂ ਐਕਸ਼ਨ ਲਿਆ? ਜਿਨ੍ਹਾਂ ਨੇ ਤੁਹਾਡਾ ਹੁਣ ਵਿਰੋਧ ਕੀਤਾ ਉਹਨਾਂ 'ਤੇ ਤਾਂ ਤੁਸੀਂ ਕਹਿ ਤਾ ਕਿ ਮੈਂ ਪਰਚੇ ਦਰਜ ਕਰਾਵਾਂਗਾ, ਉਹਨਾਂ ਦੇ ਪਰਚੇ ਕਿਉਂ ਨਹੀਂ ਦਰਜ ਕਰਾਏ? ਜਦੋਂ ਲਾੜੇ ਨੂੰ ਘੋੜੀ ਦੇ ਉੱਤੋਂ ਤਾਰ ਕੇ ਥੱਲੇ ਗੋਲੀ ਮਾਰ ਦਿੱਤੀ ਜਾਂਦੀ ਆ। ਬਹੁਤ ਸਾਰੇ ਇੰਡੀਆ ਦੇ ਵਿੱਚ ਇਹੋ ਜਿਹੇ ਇਲਾਕੇ ਆ ਜਿੱਥੇ ਦਲਿਤਾਂ ਨੂੰ ਜਾਣਾ ਹੀ ਵਰਜਿਤ ਆ, ਉਸ ਗਲੀ ਦੇ ਵਿੱਚ ਲੰਘ ਹੀ ਨਹੀਂ ਸਕਦੇ, ਸਾਈਕਲ 'ਤੇ ਨਹੀਂ ਚੜ੍ਹ ਸਕਦੇ, ਉਹਨਾਂ 'ਤੇ ਤੁਸੀਂ ਐਕਸ਼ਨ ਕੀ ਲਿਆ? ਜਦੋਂ ਅਬੋਹਰ ਦੇ ਵਿੱਚ ਘਟਨਾ ਵਾਪਰੀ ਉੱਥੇ ਤੁਸੀਂ ਐਕਸ਼ਨ ਕੀ ਲਿਆ ਸੀ? ਤੁਹਾਡੀ ਪਾਰਟੀ ਨੇ ਕੀ ਕੀਤਾ ਸੀ? ਜਦੋਂ ਫਗਵਾੜਾ ਗੋਲੀकांड ਸੰਵਿਧਾਨ ਚੌਂਕ ਤੋਂ ਹੋਇਆ ਉੱਥੇ ਤੁਸੀਂ ਕੀ ਕੀਤਾ ਸੀ? ਤੁਹਾਡੇ ਮੰਤਰੀਆਂ ਦਾ ਕੀ ਯੋਗਦਾਨ ਸੀ? ਇਹ ਜੱਗ ਜਾ ਰਿਹਾ। ਜਦੋਂ ਹੁਸ਼ਿਆਰਪੁਰ ਦੇ ਪੈਂਦੇ ਪਿੰਡ ਪੰਡੋਰੀ ਦੇ ਵਿੱਚ ਰਵਿਦਾਸ ਮਹਾਰਾਜ ਜੀ ਤੇ ਗੁਰੂ ਨਾਨਕ ਮਹਾਰਾਜ ਜੀ ਦੀਆਂ ਫੋਟੋਆਂ ਝਾੜੂ ਦੇ ਨਾਲ ਲਾਈਆਂ ਗਈਆਂ ਸੀ, ਉੱਥੇ ਤੁਸੀਂ ਐਕਸ਼ਨ ਕੀ ਲਿਆ ਸੀ? ਤੁਸੀਂ ਹੁਣ ਕਹਿੰਦੇ ਦਲਿਤਾਂ ਦੀ ਆਵਾਜ਼ ਬੰਦ ਕਰਾਉਣ ਦੇ ਲਈ ਇਹ ਸਭ ਕੁਝ ਕੀਤਾ ਰਿਹਾ। ਨਹੀਂ ਸਾਪਲਾ ਜੀ, ਦਲਿਤਾਂ ਦੀ ਆਵਾਜ਼ ਬੰਦ ਕਰਾਉਣ ਨਹੀਂ, ਇਹ ਬੀਜੇਪੀ ਦੀ ਜਵਾਨ ਬੰਦ ਕਰਾਉਣ ਦੇ ਲਈ ਸਭ ਕੁਝ ਕਰ ਰਹੇ ਆ ਕਿਸਾਨ ਤੇ ਮਜ਼ਦੂਰ ਰਲ ਕੇ। ਜੇ ਤੁਹਾਨੂੰ ਇੰਨਾ ਹੀ ਦਲਿਤਾਂ ਦੇ ਨਾਲ ਹਮਦਰਦੀ ਆ, ਪਿਆਰ ਆ, ਤੁਸੀਂ ਦੇਖਦੇ ਪਿਛਲੇ ਕੇਸ ਕਿੰਨੇ ਆ? 5000 ਦੇ ਕਰੀਬ ਕੇਸ ਆ ਪੈਂਡਿੰਗ ਪਏ ਆ, ਤੇ ਜਿਹੜੇ ਉਧਰ ਕੇਸ ਆ ਇੰਡੀਆ ਦੇ ਵਿੱਚ ਪੂਰੇ ਦੇ ਵਿੱਚ ਕੇਸ ਆ, ਹਰ ਰੋਜ਼ ਵਾਪਰਦੇ, ਹਰ ਘੰਟੇ ਬਾਅਦ ਵਾਪਰਦੇ ਆ, ਉਹਨਾਂ ਲਈ ਤੁਹਾਡਾ ਕੀ ਆ? ਬਲਾਤਕਾਰ ਦੇ ਕੇਸ, ਜਾਤ ਪਾਤ ਦੇ ਹੰਕਾਰ ਦੇ ਕੇਸ, ਧਰਮ ਦੇ ਵਿੱਚੋਂ ਮੰਦਰਾਂ ਦੇ ਵਿੱਚੋਂ ਘੜੀਸ ਕੇ ਬਾਹਰ ਕੱਢਣ ਦੇ ਕੇਸ। ਹਿਮਾਚਲ ਦੇ ਵਿੱਚ ਇਹੋ ਜਿਹੇ ਵੀ ਮੰਦਰ ਆ ਜਿੱਥੇ ਲਿਖ ਕੇ ਲਾਇਆ ਉਹਨਾਂ ਨੇ ਦਲਿਤਾਂ ਦਾ ਆਉਣਾ ਮਨਾ ਆ, ਉੱਥੇ ਤੁਸੀਂ ਦੱਸੋ ਕੀ ਕਰਦੇ? ਮਲੇਰਕੋਟਲਾ ਦੇ ਕੋਲ ਪਿੰਡ ਕੋਠਾਲਾ ਦੇ ਵਿੱਚ ਜੋ ਘਟਨਾ ਵਾਪਰੀ ਪਿੱਛੇ ਜੇ ਉਹਨਾਂ ਨੇ ਉੱਥੇ ਦੇ ਮਹੰਤ ਨੇ ਕਿਹਾ ਸੀ ਕਿ ਇੱਥੇ ਦਲਿਤਾਂ ਦਾ ਆਉਣਾ ਵਰਜਿਤ ਆ, ਮਨਾ ਆ, ਮਨਾਹੀ ਆ, ਕਿਉਂਕਿ ਇਹ ਮਰੇ ਹੋਏ ਪਸ਼ੂਆਂ ਦੇ ਮਾਸ ਚੁੱਕਦੇ ਆ, ਜੇ ਉਹ ਕਈ ਕੁਛ ਬੋਲਿਆ ਗਿਆ ਸੀ। ਉੱਥੇ ਤੁਸੀਂ ਕਿਹੜੀ ਧਾਰਾ ਲਗਵਾਈ, ਕਿਹੜੇ ਪਰਚੇ ਦਰਜ ਕਰਾਏ ਆ? ਇੱਥੇ ਤੁਸੀਂ ਕਹਿਤਾ ਕਿਸਾਨਾਂ 'ਤੇ ਮੈਂ ਪਰਚੇ ਦਰਜ ਕਰਾਊਂ ਕਿਉਂਕਿ ਇਨੀ ਦਲਿਤ ਐਸਸੀ ਕਮਿਸ਼ਨ ਦਾ ਰਾਹ ਰੋਕਿਆ, ਤੇ ਉਹਨਾਂ ਜਿਨ੍ਹਾਂ ਨੇ ਦਲਿਤਾਂ ਨੂੰ ਬਈ ਮਾਰ ਕੁੱਟ ਕੀਤੀ, ਊਲ ਜ਼ਲੂਲ ਬੋਲਦੇ ਆ, ਵਿਰੋਧ ਕਰਦੇ ਆ, ਉਹਨਾਂ 'ਤੇ ਤੁਸੀਂ ਕਿਹੜੇ ਐਕਸ਼ਨ ਲਏ? ਤੁਹਾਡੀ ਪਾਰਟੀ ਨੇ ਕੀ ਕੀਤਾ? ਤੁਸੀਂ ਕਦੀ ਇਹ ਵੀ ਕਿਹਾ ਕਿ ਮਨੂ ਸਿਮਰਤੀ ਨੂੰ ਹੱਥੀਂ ਜਲਾਇਆ ਸੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ? ਕਿ ਤੁਸੀਂ ਉਸ ਮਨੂ ਸਿਮਰਤੀ ਨੂੰ ਜਦੋਂ ਹੁਣ ਇਹ ਪਦ ਮਿਲਿਆ, ਤੁਸੀਂ ਉਹਦੀ ਜੜ ਨੂੰ ਲੱਭਿਆ, ਉਸ ਮਨੂ ਸਿਮਰਤੀ ਨੂੰ ਹੱਥੋਂ ਜਲਾਇਆ ਆਪਣੇ ਹੱਥਾਂ 'ਚ ਫੜ ਕੇ? ਤੁਸੀਂ ਕਦੀ ਇਹ ਕਿਹਾ ਵੀ ਮੈਂ ਉਹਨਾਂ ਧਾਰਮਿਕ ਗ੍ਰੰਥਾਂ 'ਤੇ ਬੈਨ ਲਗਾਊਂਗਾ, ਪਾਬੰਦੀ ਲਗਾਊਂਗਾ, ਬਈ ਜਿਹੜੇ ਗ੍ਰੰਥਾਂ ਦੇ ਵਿੱਚ ਔਰਤ ਨੂੰ ਤੇ ਦਲਿਤ ਨੂੰ
ਪਸ਼ੂਆਂ ਤੋਂ ਭੈੜਾ ਲਿਖਿਆ ਗਿਆ ਤੇ ਉਹਨਾਂ ਲਈ ਗਲਤ ਬੋਲਿਆ ਗਿਆ, ਉਹਨਾਂ 'ਤੇ ਤੁਸੀਂ ਕੋਈ ਬਿਆਨ ਤੁਹਾਡਾ ਆਇਆ? ਨਹੀਂ ਆਇਆ। ਤੁਹਾਨੂੰ ਜਦੋਂ ਪ੍ਰੈਸ ਰਿਪੋਰਟਰ ਪੁੱਛਦਾ ਕਿ ਸਾਪਲਾ ਸਾਹਿਬ ਵੀ ਤੁਹਾਡਾ ਹੀ ਵਿਰੋਧ ਕਿਉਂ, ਤੁਸੀਂ ਕਹਿੰਦੇ ਮੈਨੂੰ ਇਸ ਗੱਲ ਦੀ ਸਮਝ ਨਹੀਂ, ਮੈਂ ਤਾਂ ਹੁਣ ਬੀਜੇਪੀ ਦਾ ਨਹੀਂ ਹੈ, ਹੁਣ ਮੈਂ SC ਕਮਿਸ਼ਨ ਦਾ ਚੇਅਰਮੈਨ ਆ। ਤੁਸੀਂ ਬੀਜੇਪੀ ਦੇ ਕਿੱਦਾਂ ਨਹੀਂ? ਬੀਜੇਪੀ ਨੇ ਤੁਹਾਨੂੰ ਥੋਪਿਆ ਹੋਵੇ, ਲਾਇਆ ਹੋਵੇ, ਤੁਹਾਨੂੰ ਕਮਾਨ ਸਾਂਭੀ ਹੋਵੇ, ਫਿਰ ਤੁਸੀਂ ਬੀਜੇਪੀ ਦੇ ਕਿੱਦਾਂ ਨਹੀਂ? ਜਦੋਂ ਫਿਰ ਕਿਹਾ ਗਿਆ ਕਹਿੰਦੇ ਮੇਰਾ ਵਿਰੋਧ ਕਰਨ ਦਾ ਫਰਜ਼ ਨਹੀਂ, ਤੁਸੀਂ ਕਹਿੰਦੇ ਵੀ ਲੋਕ ਮੇਰਾ ਵਿਰੋਧ ਕਰਨ ਦਾ ਉਹਨਾਂ ਦਾ ਫਰਜ਼ ਨਹੀਂ ਬਣਦਾ। ਫਿਰ ਜਦੋਂ ਪ੍ਰੈਸ ਰਿਪੋਰਟਰ ਨੇ ਪੁੱਛਿਆ ਕਿ ਬੀਜੇਪੀ ਦਾ ਵਿਰੋਧ ਕਰ ਸਕਦੇ ਆ, ਤੁਸੀਂ ਕਹਿੰਦੇ ਬੀਜੇਪੀ ਦਾ ਵੀ ਵਿਰੋਧ ਕਿਉਂ ਕਰਨ ਬਈ? ਕਿ ਲੋਕਾਂ ਨੂੰ ਤੁਸੀਂ ਨਾ ਸਮਝ ਮੰਨਿਆ? ਮੈਂ ਇਸ ਗੱਲ ਨੂੰ ਮੰਨਦਾ ਕਿ ਤੁਸੀਂ ਹਰ ਵਾਰ ਰਾਜਨੀਤੀ ਪਾਰਟੀਆਂ ਵਾਲੇ ਜਿਹੜੇ ਆ ਹਰ ਵਾਰ ਜ਼ਿਆਦਾਤਰ ਦਲਿਤਾਂ ਨੂੰ ਟਾਰਗੇਟ ਕਰਦੇ ਆ, ਅਤਿਆਚਾਰ ਵੀ ਕਰਦੇ ਆ, ਬਾਅਦ ਵਿੱਚ ਉਹਨਾਂ ਨਾਲ ਦਿਖਾਵਾ ਵੀ ਕਰਦੇ ਆ ਪਿਆਰ ਦਾ, ਘਰੀ ਜਾ ਕੇ ਰੋਟੀ ਖਾਂਦੇ ਆ, ਕਦੀ ਕਹਿੰਦੇ ਅਸੀਂ ਦਲਿਤ ਮੁੱਖ ਮੰਤਰੀ ਲਾਵਾਂਗੇ, ਕਦੀ ਕਹਿੰਦੇ ਅਸੀਂ ਉਹ ਕਰਾਂਗੇ। ਪਹਿਲਾਂ ਮੇਰੇ ਪਿਆਰੇ ਪੂਜਨੀਕ ਪਿਆਰੇ ਰਾਸ਼ਟਰਪਤੀ ਜੀ ਜਿਨ੍ਹਾਂ ਨੂੰ ਮੰਦਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ, ਕੀ ਤੁਸੀਂ ਹਰ ਵਾਰ ਜਾਤ ਦਾ ਪੱਤਾ ਖੇਲਣਾ ਚਾਹੁੰਦੇ? ਕਿ ਲੋਕ ਮੈਨੂੰ ਪਤਾ ਵੀ ਨਾ ਸਮਝਿਆ, ਗੁਟਕਾ ਸਾਹਿਬ ਦੀਆਂ ਸੌਹਾਂ ਸ਼ਰੇਆਮ ਖਾ ਲਈਆਂ ਜਿਸ ਬੰਦੇ ਨੇ, ਹਜੇ ਵੀ ਉਸ ਪਾਰਟੀ ਦੇ ਨਾਲ ਉਹਨਾਂ ਦੇ ਬੰਦੇ ਜੁੜੇ ਹੋਏ ਆ। ਉਹਨਾਂ ਪਿੰਡਾਂ ਦੇ ਵਿੱਚ ਵੀ ਬਹੁਤ ਸਾਰੇ ਮੂਰਖ ਲੋਕ ਆ। ਜਦੋਂ ਕੈਪਟਨ ਸਾਹਿਬ ਨੇ ਸੌਹਾਂ ਖਾਧੀਆਂ, ਝੂਠੀਆਂ ਨੌਕਰੀਆਂ ਦਾ ਵਾਅਦਾ ਕੀਤਾ ਸੀ, ਮੋਦੀ ਸਾਹਿਬ ਨੇ ਵਾਅਦਾ ਕੀਤਾ ਸੀ ਰੁਜ਼ਗਾਰ ਦੇਣ ਦਾ, ਬਾਅਦ 'ਚ ਪਕੌੜੇ ਤਲਣ ਦਾ ਰੁਜ਼ਗਾਰ ਦਿੱਤਾ। ਲੋਕਾਂ ਨੂੰ ਕਿਸ ਦਰਜੇ ਤੱਕ ਤੁਸੀਂ ਲੈ ਗਏ, ਉਹਨਾਂ ਦੀ ਸੋਚ ਨੂੰ ਕਿਸ ਦਰਜੇ ਤੱਕ ਲੈ ਗਏ? ਅਸਲ ਵਿੱਚ ਲੋਕਾਂ ਦੀ ਇਹਦੇ ਵਿੱਚ ਜ਼ਿਆਦਾ ਗਲਤੀ ਆ, ਕਿਉਂਕਿ ਉਹਨਾਂ ਨੇ ਨਬਜ਼ ਫੜੀ ਆ। ਉਹ ਜਾਣਦੇ ਆ ਕਿ ਲੋਕ ਕੀ ਚਾਹੁੰਦੇ ਆ, ਬਹਿਕਾਵੇ ਦੇ ਵਿੱਚ ਛੇਤੀ ਆ ਜਾਂਦੇ ਆ। ਸਾਪਲਾ ਸਾਹਿਬ ਤੁਸੀਂ ਕਹਿੰਦੇ ਵੀ ਮੈਂ ਜਦੋਂ ਹਰਿਮੰਦਰ ਸਾਹਿਬ ਗਿਆ ਮੇਰਾ ਵਿਰੋਧ ਹੋਇਆ, ਜਦੋਂ ਮੈਂ ਵਾਲਮੀਕ ਦਰਬਾਰ ਗਿਆ ਉੱਥੇ ਮੇਰਾ ਵਿਰੋਧ ਹੋਇਆ, ਜਦੋਂ ਮੈਂ ਖੁਰਾਲਗੜ੍ਹ ਸਾਹਿਬ ਗਿਆ ਉੱਥੇ ਵਿਰੋਧ ਹੋਇਆ। ਕਿਉਂ ਵਿਰੋਧ ਹੋ ਰਿਹਾ ਸਾਪਲਾ ਸਾਹਿਬ? ਤਾਂ ਵਿਰੋਧ ਹੋ ਰਿਹਾ ਕਿਉਂਕਿ ਤੁਹਾਡੀ ਜਿਹੜੀ ਸਰਕਾਰ ਆ ਇਹ ਦਲਿਤ ਵਿਰੋਧੀ ਆ, ਮੁਸਲਮਾਨ ਵਿਰੋਧੀ ਆ, ਸਿੱਖ ਵਿਰੋਧੀ ਆ, ਇਨਸਾਨੀਅਤ ਵਿਰੋਧੀ ਆ। ਤੁਸੀਂ ਕਿਉਂ ਨਹੀਂ ਇਹ ਤੋਂ ਅਸਤੀਫਾ ਦੇ ਦਿੰਦੇ? ਜੇ ਤੁਹਾਨੂੰ ਦਲਿਤਾਂ ਦਾ ਇੰਨੀ ਹਮਦਰਦੀ ਆ, ਤੁਸੀਂ ਉਹਨਾਂ ਦੀ ਲੜਾਈ ਲੜਨਾ ਚਾਹੁੰਦੇ ਆ, ਆਓ ਸਾਡੇ ਨਾਲ ਸੜਕਾਂ 'ਤੇ ਉਤਰੋ, ਅਸਤੀਫਾ ਦਿਓ, ਅਸਤੀਫਾ ਦੇ ਕੇ ਆਓ। ਕਿਉਂ ਲੋਕਾਂ ਨੂੰ ਮੂਰਖ ਬਣਾਉਂਦੇ ਆ? ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਸਾਨੂੰ ਰੁਜ਼ਗਾਰ ਚਾਹੀਦਾ, ਸਾਨੂੰ ਨੌਕਰੀਆਂ ਚਾਹੀਦੀਆਂ, ਸਾਨੂੰ ਭਵਿੱਖ ਚਾਹੀਦਾ, ਨਾ ਧਰਮ ਚਾਹੀਦਾ, ਨਾ ਕੋਈ ਜਾਤ ਚਾਹੀਦੀ ਹੈ, ਨਾ ਜਾਤ 'ਤੇ ਰਾਜਨੀਤੀ ਚਾਹੀਦੀ ਹੈ। ਜਦੋਂ ਧਰਮ ਅਤੇ ਜਾਤ ਦੀ ਰਾਜਨੀਤੀ ਪ੍ਰਫੁੱਲਿਤ ਹੋ ਜਾਂਦੀ ਆ, ਵੱਧ ਜਾਂਦੀ ਆ, ਅਤੇ ਸਮਝ ਲਓ ਉਦੋਂ ਬੇੜਾ ਗਰਕ ਹੋਣਾ ਸ਼ੁਰੂ ਹੋ ਜਾਂਦਾ। ਸਾਬਤ ਸਾਹਿਬ ਆਓ, ਕਸਮ ਚੁੱਕੋ, ਸਹੁੰ ਖਾਓ, ਅਸਤੀਫਾ ਦਿਓ, ਮਨੂ ਸਿਮਰਤੀ ਨੂੰ ਹੱਥੀਂ ਜਲਾਓ। ਆਓ ਪ੍ਰੈਸ ਕਾਨਫਰੰਸ ਕਰੋ ਕਿ ਮੈਂ ਉਹਨਾਂ ਧਰਮ ਗ੍ਰੰਥਾਂ ਅਤੇ ਉਹਨਾਂ ਧਰਮ ਕਿਤਾਬਾਂ ਨੂੰ ਬੈਨ ਕਰੂੰਗਾ, ਪਹਿਲਾ ਹੁਕਮ ਜਾਰੀ ਕਰੂੰਗਾ ਜਿਨ੍ਹਾਂ ਨੇ ਜਾਤ ਪਾਤ ਪੈਦਾ ਕੀਤੀ। ਚੋਰ ਨੂੰ ਫੜਨ ਤੋਂ ਪਹਿਲਾਂ ਉਹਦੀ ਮਾਂ ਨੂੰ ਫੜੋ, ਹੈ ਨਾ। ਉਹਨਾਂ ਦੇ ਸਾਰਿਆਂ ਦੇ ਪਰਚੇ ਦਰਜ ਕਰਾਓ ਪਹਿਲਾਂ, ਜਿਨ੍ਹਾਂ ਨੇ ਮਨੀਸ਼ਾ ਬਾਰੇ ਗਲਤ ਬੋਲਿਆ ਸੀ, ਹੋਰ ਜਿਹੜੇ ਕਤਲ ਹੋਏ ਆ, ਬਲਾਤਕਾਰ ਹੋਇਆ, ਉਹਨਾਂ ਨੂੰ ਗਲਤ ਬੋਲਿਆ ਸੀ, ਉਹਨਾਂ 'ਤੇ ਜਿਹੜੇ BJP ਦੇ ਲੀਡਰ ਬੋਲੇ ਸੀ ਉਹਨਾਂ ਦੇ ਪਰਚੇ ਦਰਜ ਕਰਾਓ ਜੇ ਮਿਸਾਲ ਪੈਦਾ ਕਰਨੀ ਤਾਂ। ਸਭ ਨੂੰ ਮੇਰੇ ਵੱਲੋਂ ਜੈ ਭੀਮ, ਲਾਲ ਸਲਾਮ। ਦੁਨੀਆ ਨੂੰ ਹੁਣ ਸਮਝ ਜਾਣਾ ਚਾਹੀਦਾ ਕਿ ਸੱਚ ਕੀ ਹੁੰਦਾ। ਇੱਕ ਨਾ ਇੱਕ ਦਿਨ ਸੱਚ ਬੋਲਣਾ ਪੈਣਾ, ਸੱਚ ਦੇ ਨਾਲ ਖੜਨਾ ਪੈਣਾ, ਸੱਚ ਦੇ ਨਾਲ ਚੱਲਣਾ ਪੈਣਾ, ਜੇ ਤੁਹਾਡੇ ਜ਼ਮੀਰ ਜਾਗਦੇ ਆ ਤਾਂ। ਸਭ ਨੂੰ ਜੈ ਭੀਮ, ਲਾਲ ਸਲਾਮ।